ਹੈਲੋ ਫਰੈਂਡਸ, ਪਿਛਲੇ ਵੀਡੀਓ ਵਿੱਚ ਅਸੀਂ ਘਣ, ਘਣਾਵ ਅਤੇ ਵੇਲਣ ਦੇ ਸਤ੍ਹਾ ਦੇ ਖੇਤਰਫਲ ਅਤੇ ਕੁੱਲ ਖੇਤਰਫਲ ਦੀ ਗੱਲ ਕੀਤੀ ਸੀ ਅਤੇ ਅੱਜ ਅਸੀਂ ਗੱਲ ਕਰਨੀ ਹੈ ਇਹਨਾਂ ਤਿੰਨਾਂ ਦੇ ਆਇਤਨ ਦੀ। ਆਇਤਨ ਦਾ ਮਤਲਬ ਹੈ ਸਮਾਈ। ਸਮਾਈ ਭਾਵ ਧਾਰਨ ਸਮਰੱਥਾ। ਕਿਸੇ ਬਕਸੇ ਵਿੱਚ ਕਿੰਨੀ ਕੋਈ ਚੀਜ਼ ਸਮਾ ਸਕਦੀ ਹੈ, ਉਸ ਦੇ ਅੰਦਰ ਆ ਸਕਦੀ ਹੈ, ਉਸ ਨੂੰ ਉਸ ਬਕਸੇ ਦਾ ਆਇਤਨ ਕਹਾਂਗੇ। ਜਾਂ ਫਿਰ ਇੰਜ ਕਹਿ ਲਓ, ਆਇਤਨ ਤੋਂ ਭਾਵ ਹੈ ਕੋਈ 3 ਡਾਇਮੈਂਸ਼ਨਲ 3 ਪਾਸਾਰੀ ਆਕ੍ਰਿਤੀ ਕਿੰਨੀ ਜਗ੍ਹਾ ਘੇਰ ਰਹੀ ਹੈ, ਉਹ ਉਸ ਆਕ੍ਰਿਤੀ ਦਾ ਆਇਤਨ ਹੋਵੇਗਾ। ਆਓ ਅਸੀਂ ਘਣ, ਘਣਾਵ ਅਤੇ ਵੇਲਣ ਦੇ ਆਇਤਨ ਦੇ ਸੂਤਰ ਡਿਸਕਸ ਕਰਦੇ ਹਾਂ। ਪਹਿਲਾ ਚਿੱਤਰ ਹੈ ਇੱਕ ਘਣ। ਘਣ ਦਾ ਆਇਤਨ ਹੁੰਦਾ ਹੈ ਭੁਜਾ ਦੀ ਸ਼ਕਤੀ 3, ਜਾਂ ਫਿਰ ਜੇ ਭੁਜਾ A ਹੈ ਘਣ ਦੀ ਤਾਂ ਸੂਤਰ ਬਣੇਗਾ A ਦੀ ਸ਼ਕਤੀ 3। ਜੇ ਅਸੀਂ ਇਸ ਨੂੰ ਲਿਖ ਲਈਏ A ਦੀ ਸ਼ਕਤੀ 2 ਗੁਣਾ A। A ਦੀ ਸ਼ਕਤੀ 2 ਆਧਾਰ ਦਾ ਖੇਤਰਫਲ ਹੈ। ਆਧਾਰ ਇੱਕ ਵਰਗ ਹੈ, ਵਰਗ ਦਾ ਖੇਤਰਫਲ ਭੁਜਾ ਗੁਣਾ ਭੁਜਾ A ਗੁਣਾ A ਗੁਣਾ ਉਚਾਈ। ਇਸ ਦਾ ਮਤਲਬ ਕਿ ਘਣ ਦਾ ਆਇਤਨ ਹੋਵੇਗਾ ਆਧਾਰ ਦਾ ਖੇਤਰਫਲ ਗੁਣਾ ਘਣ ਦੀ ਉਚਾਈ। ਖੇਤਰਫਲ ਗੁਣਾ ਉਚਾਈ ਨੂੰ ਅਸੀਂ ਘਣ ਦਾ ਆਇਤਨ ਕਹਾਂਗੇ। ਅੱਗੇ ਹੈ ਸਾਡੇ ਕੋਲ ਇੱਕ ਘਣਾਵ। ਇਸ ਦੀ ਲੰਬਾਈ L ਹੈ, ਚੌੜਾਈ B ਅਤੇ ਉਚਾਈ H। ਘਣਾਵ ਦੇ ਆਇਤਨ ਦਾ ਸੂਤਰ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਤਿੰਨੇ ਭੁਜਾਵਾਂ ਦੀ ਗੁਣਾ L B H। ਇੱਥੇ ਵੀ ਇਹੀ ਗੱਲ ਫਿਰ ਦੁਬਾਰਾ ਆਉਂਦੀ ਹੈ। ਲੰਬਾਈ ਗੁਣਾ ਚੌੜਾਈ ਨੂੰ ਅਸੀਂ ਆਧਾਰ ਦਾ ਖੇਤਰਫਲ ਕਹਾਂਗੇ। ਤਾਂ ਫਾਰਮੂਲਾ ਘਣਾਵ ਦੇ ਆਇਤਨ ਦਾ ਬਣ ਜਾਏਗਾ ਖੇਤਰਫਲ ਗੁਣਾ ਉਚਾਈ। ਆਧਾਰ ਦਾ ਖੇਤਰਫਲ ਗੁਣਾ ਉਚਾਈ। ਅਗਲਾ ਚਿੱਤਰ ਹੈ ਇੱਕ ਵੇਲਣਾਕਾਰ, ਜਿਸ ਦਾ ਆਧਾਰ R ਅਰਧ ਵਿਆਸ ਵਾਲਾ ਇੱਕ ਚੱਕਰ ਹੈ, ਗੋਲਾਕਾਰ ਇਸ ਤਰ੍ਹਾਂ, ਅਤੇ ਉਚਾਈ H। ਇੱਕ ਵੇਲਣ ਦਾ ਆਇਤਨ ਦਾ ਸੂਤਰ ਹੈ ਪਾਈ R ਸਕੁਏਅਰ H। ਇੱਥੇ ਵੀ ਅਸੀਂ ਲਿਖ ਸਕਦੇ ਹਾਂ ਪਾਈ R ਸਕੁਏਅਰ, ਚੱਕਰ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ, ਗੁਣਾ ਹਾਈਟ ਉਚਾਈ। ਇਸ ਦਾ ਮਤਲਬ ਵੇਲਣ ਦਾ ਆਇਤਨ ਵੀ ਅਸੀਂ ਆਧਾਰ ਦਾ ਖੇਤਰਫਲ ਗੁਣਾ ਉਚਾਈ ਲਿਖ ਸਕਦੇ ਹਾਂ। ਅਤੇ ਘਣ, ਘਣਾਵ, ਵੇਲਣ ਦੇ ਸੂਤਰ ਚੰਗੀ ਤਰ੍ਹਾਂ ਯਾਦ ਕਰਨੇ ਚਾਹੀਦੇ ਹਨ ਤਾਂ ਜੋ ਅਸੀਂ ਪ੍ਰਸ਼ਨਾਂ ਨੂੰ ਆਸਾਨੀ ਨਾਲ ਹੱਲ ਕਰ ਸਕੀਏ। ਆਓ ਅੱਜ ਦਾ ਪਹਿਲਾ ਪ੍ਰਸ਼ਨ ਦੇਖਦੇ ਹਾਂ। ਕਿਸ ਵੇਲਣ ਦਾ ਆਇਤਨ ਜ਼ਿਆਦਾ ਹੈ? ਚਿੱਤਰ ਵਿੱਚ ਸਾਨੂੰ 2 ਵੇਲਣ A ਅਤੇ B ਦਿੱਤੇ ਗਏ ਹਨ। A ਵੇਲਣ ਦਾ ਵਿਆਸ 7 ਸੈਂਟੀਮੀਟਰ ਅਤੇ ਉਚਾਈ 14 ਸੈਂਟੀਮੀਟਰ ਹੈ। B ਵੇਲਣ ਦਾ ਵਿਆਸ 14 ਸੈਂਟੀਮੀਟਰ ਅਤੇ ਉਚਾਈ 7 ਸੈਂਟੀਮੀਟਰ ਹੈ। ਦੇਖਣ ਨੂੰ ਲੱਗਦਾ ਹੈ ਕਿ ਦੋਨਾਂ ਦੇ ਮਾਪ ਲਗਭਗ ਬਰਾਬਰ ਹਨ, 14 7 14 7। ਲੇਕਿਨ ਆਇਤਨ ਅਸੀਂ ਕੈਲਕੂਲੇਟ ਕਰਕੇ ਫਾਰਮੂਲਾ ਲਗਾ ਕੇ ਦੇਖਾਂਗੇ ਤਾਂ ਹੀ ਕੋਈ ਢੁਕਵਾਂ ਉੱਤਰ ਦਿੱਤਾ ਜਾ ਸਕਦਾ ਹੈ। ਆਓ ਆਇਤਨ ਕੈਲਕੂਲੇਟ ਕਰਦੇ ਹਾਂ। ਵੇਲਣ A ਦਾ ਆਇਤਨ। A ਵੇਲਣ ਦੇ ਲਈ ਸਭ ਤੋਂ ਪਹਿਲਾਂ ਸੂਤਰ ਪਾਈ R ਸਕੁਏਅਰ H। ਇੱਥੇ ਪਾਈ ਦੀ ਕੀਮਤ ਹੈ 22/7। R ਦੀ ਕੀਮਤ A ਵੇਲਣ ਲਈ R 7 ਸੈਂਟੀਮੀਟਰ ਵਿਆਸ ਹੈ, ਡਾਇਆਮੀਟਰ ਹੈ। ਡਾਇਆਮੀਟਰ ਦਾ ਅੱਧਾ
अर्ध व्यास हो जाएगा 7/2 सेंटीमीटर। तो आर लिखांगे 7/2 सेंटीमीटर। तीसरी चीज है एच। एच सानू दिता होया है 14 सेंटीमीटर। आओ ये तिन्ने कीमतां सूत्र विच भरीए। तां ए दा आयतन आ जाएगा साडे कोल पाई 22/7 आर स्केयर गुणा एच 14। स्केयर खोलिए 22/7 गुणा 7/2 7/2 दो बारी गुणा 14। आओ कैंसल करिए। 7 दे पहाड़े ते 7 2 नाल 22 नूं कट दिता 11। फिर 2 नाल 14 कट्टिया गया 7 ते। बाकी की बचिया 11 गुणा 7 गुणा 7। 7 7 49 49 गुणा 11 ये हो जाएगा 49 गुणा 11 11 नाम 99 9 हासिल 11 चौक 44 ते 9 53। ये बन गया 539 ਅਤੇ आयतन ਦੀ ਇਕਾਈ 2 सेंटीमीटर आर स्केयर नाल ਅਤੇ 1 सेंटीमीटर हाइट नाल टोटल हो गए 3 वार सेंटीमीटर मतलब कि सेंटीमीटर की शक्ति 3। ये असी ये वेलन का आयतन कैलकुलेट किया 539 सेंटीमीटर क्यूब। इसी तरह वेलन बी का आयतन ये होएगा फार्मूला सेम है पाई आर स्केयर एच। पाई की कीमत 22/7 आर बी वेलन लिए आर है डायामीटर 14 सेंटीमीटर व्यास डायामीटर का अद्धा मतलब अर्ध व्यास आ गया साडे कोल 14/2 कैंसल करके 7 सेंटीमीटर। इत्थों लेके सेंटर तो टोटल 7 सेंटीमीटर 14 का अध आर हो गया 7 सेंटीमीटर अते एच हाइट है इसकी फिर 7 सेंटीमीटर। आओ कीमतां रखिए। बी दा आयतन इज इक्वल टू पाई आर स्केयर एच 22/7 स्केयर खोलिया 2 बारी 7 लिखता गुणा 7 7 नाल 7 कट्टिया गया ये हो गया 22 गुणा 7 गुणा 7। हुण है साडे कोल 22 गुणा 49 7 7 49 22 9 49 नाल गुणा करना है 9 दूनी 18 4 दूनी 8 ते 1 9। फिर दोबारा फिर 49 नूं 2 नाल किता 98 जोड़ किता 8 7 10 ये हो गया 1078 अते इकाई सेंटीमीटर क्यूब। वेलन ए दा आयतन 539 वेलन बी दा आयतन 1078 किस दा आयतन ज्यादा है 1078। ਅਸੀਂ ਸਿੱਟਾ ਕੱਢਦੇ ਹਾਂ ਵੇਲਣ B ਦਾ ਆਇਤਨ A ਤੋਂ ਜ਼ਿਆਦਾ है। सेकंड क्वेश्चन वेलन ਦੀ ਉਚਾਈ ਪਤਾ ਕਰੋ ਜਿਸ ਦਾ ਆਧਾਰ ਦਾ ਵਿਆਸ 140 ਸੈਂਟੀਮੀਟਰ ਹੈ ਅਤੇ ਆਇਤਨ 1.54 वर्ग मीटर है। साडे प्रश्न दे विच पुछया गया है ऊंचाई पता करनी है वेलन दी। दिता गया है आधार दा व्यास अते आयतन। असी लिखांगे सब तो पहला फार्मूला वेलन दा आयतन फार्मूला हुंदा है पाई आर स्केयर एच।
ਫਿਰ ਦਿੱਤਾ ਹੈ ਆਧਾਰ ਦਾ ਵਿਆਸ। ਵਿਆਸ डायामीटर D है 140 सेंटीमीटर। अगली चीज है आयतन। आयतन का मुल दिता होया है 1.54 वर्ग मीटर। हुण वापस फार्मूले वाल देखिए। वेलन का आयतन असी 1.54 इत्थे कीमत रख दांगे आयतन दी। पाई 22/7 यूज कर लांगे। आर अर्ध व्यास, ये असी डी तो पता करना है। डी दी कीमत नू अद्धा कर दो, व्यास तो बन जाएगा अर्ध व्यास आर, मतलब 140/2 70 सेंटीमीटर हो गया अर्ध व्यास। आर सानू प्राप्त हो गया है। एक होर जरूरी गल इत्थे देखण वाली है, इकाइयां। व्यास की इकाई सेंटीमीटर है, आयतन वर्ग मीटर दे विच दिता होया है। इसलिए असी दोहां विचों कोई एक इकाई नू बदल के इक्को जिहा कर लवांगे। असी 70 सेंटीमीटर नू लिख सकते हाँ 70/100। हुण ये बन गया मीटर। हुण आर की कीमत भी साडे कोल है मीटर दे विच, आयतन भी साडे कोल मीटर दे विच है। इसलिए असी ये दोने कीमतां फार्मूले विच रखते हाँ अते साडा प्रश्न बन गया आयतन 1.54 इज इक्वल टू पाई 22/7 आर स्क्वेयर 70/100 की शक्ति 2 इंटू एच। एच मैंने हाइट ऊंचाई पता करो। इत्थे साडी ऊंचाई एच है। ये लिखिया जाएगा 1.54 वर्ग खोलते हाँ 22/7 70/100 वर्ग 2 बार 70/100 गुणा एच। 1 0 कट दो, 1 7 कटिया जाएगा। बाकी कीमतां असी हजे नहीं कट रहे। हुण असी एच सज्जे पासे रख के बाकी सारे नंबर्स खब्बे पासे 1.54 वाल शिफ्ट कर देंगे हाँ। 1.54 इत्थों 10 और 10 हर वालियां रकमां अंश नाल गुणा हो जाणगियां। 10 गुणा 10, बाकी अंश विच है 22, यह बटा आएगा। 7 है, ये भी बटा जाएगा। और सज्जे पासे है एच। एच इज इक्वल टू 1.54 गुणा 10 बटा 22 बटा 7। हुण असी 1.54 दे दशमलव खोलते हाँ 154 बटा दशमलव तो बाद 2 अखर, इट मीनस 2 जीरोआं 1 दे नाल 154/100 गुणा 10 बटा 22 गुणा 7। फिर कैंसल किया 0 नाल 0, 1 0 होर। हुण 7 दे पहाड़े ते 154 कटदे हाँ। 1 7 7, 2 7 14, 1 बचिया, फिर 2 7 14, 22 नाल फिर 22 कटिया गया। अंश ने हर वाली रकम नाल कटे जाना है। कैंसल करके 22 एकम 22। इधरले पासे एच, दिस इंप्लाइज इधर बचे 1 और इत्थे है एच। इस तरह असी एच बराबर है 1 मीटर, क्योंकि असी मीटर विच सारियां चीज़ां नूं कन्वर्ट कर लिया सी। हाइट 1 मीटर सानू मिल गई है। वेलन की ऊंचाई पता करो। साडा सिट्टा है वेलन दी ऊंचाई बराबर है 1 मीटर। आंसर। एक होर प्रश्न देखते हाँ। एक घनाव दा माप 60 सेंटीमीटर गुणा 54 सेंटीमीटर गुणा 30 सेंटीमीटर है। इस घनाव अंदर 6 सेंटीमीटर भुजा वाले किन्ने छोटे घन आ सकते हैं। प्रश्न नूं समझिए। एक घनाव माप दा बॉक्स है
ਇਹ ਵੱਡਾ ਬਾਕਸ ਜਿਸ ਦੀਆਂ ਭੁਜਾਵਾਂ ਹਨ 60 ਸੈਂਟੀਮੀਟਰ ਲੰਬਾਈ ਹੈ, ਫਿਰ 54 ਸੈਂਟੀਮੀਟਰ ਚੌੜਾਈ ਹੈ ਅਤੇ 30 ਸੈਂਟੀਮੀਟਰ ਇਸ ਦੀ ਉਚਾਈ ਦਿੱਤੀ ਹੋਈ ਹੈ। ਇਸ ਤਰ੍ਹਾਂ ਇਸ ਘਣਾਵ ਅੰਦਰ 6 ਸੈਂਟੀਮੀਟਰ ਭੁਜਾ ਵਾਲੇ ਛੋਟੇ ਘਣ, ਅਸੀਂ ਚਿੱਤਰ ਵਿੱਚ 2 ਘਣ ਬਣਾਏ ਹਨ, ਹਰੇਕ ਦੀ ਭੁਜਾ 6 ਸੈਂਟੀਮੀਟਰ ਹੈ। ਇਹ ਛੋਟੇ ਘਣ ਇਸ ਵੱਡੇ ਘਣਾਵ ਆਕਾਰ ਬਕਸਾ ਵਿੱਚ ਕਿੰਨੇ ਆ ਸਕਦੇ ਹਨ? ਇਹ ਸਾਡਾ ਅੱਜ ਦਾ ਪ੍ਰਸ਼ਨ ਹੈ। ਤੀਸਰਾ ਸਾਥੀਓ, ਇੱਥੇ ਯਾਦ ਰੱਖਣਾ ਪਏਗਾ, ਇਹ ਪੱਕਾ ਹੀ ਫਾਰਮੂਲਾ ਹੈ ਕਿ ਜਦੋਂ ਅਸੀਂ ਗਿਣਤੀ ਕੱਢਣੀ ਹੈ ਕਿੰਨੇ ਘਣ ਆ ਸਕਦੇ ਹਨ, ਜਾਂ ਫਿਰ ਕਿਸੇ ਵੱਡੇ ਕਮਰੇ ਦੇ ਵਿੱਚ ਕਿੰਨੀਆਂ ਬੋਰੀਆਂ ਆ ਸਕਦੀਆਂ ਹਨ, ਕਿੰਨੇ ਵੇਲਣਾਕਾਰ ਡਰਮ ਆ ਸਕਦੇ ਹਨ, ਗਿਣਤੀ ਕੱਢਣ ਦੇ ਸਵਾਲ ਦੇ ਵਿੱਚ ਸਦਾ ਹੀ ਹਮੇਸ਼ਾ ਇਹ ਪੱਕਾ ਫਾਰਮੂਲਾ ਹੈ ਕਿ ਵੱਡਾ ਆਇਤਨ ਬਟਾ ਛੋਟਾ ਆਇਤਨ ਕਰਨਾ ਚਾਹੀਦਾ ਹੈ। ਵੱਡਾ ਆਇਤਨ ਜਿਵੇਂ ਕਿ ਇਸ ਪ੍ਰਸ਼ਨ ਦੇ ਵਿੱਚ ਹੈ, ਵੱਡਾ ਇੱਕ ਘਣਾਵ ਹੈ, ਉਸ ਦੇ ਵਿੱਚ ਛੋਟੇ ਘਣ ਦਿੱਤੇ ਹੋਏ ਹਨ, ਤਾਂ ਅਸੀਂ ਘਣਾਵ ਦੇ ਆਇਤਨ ਨੂੰ ਭਾਗ ਕਰਾਂਗੇ ਘਣ ਦੇ ਆਇਤਨ ਦੇ ਨਾਲ, ਤਾਂ ਸਾਨੂੰ ਛੋਟੇ ਘਣਾਂ ਦੀ ਗਿਣਤੀ ਪਤਾ ਲੱਗ ਜਾਏਗੀ। ਆਓ ਉੱਤਰ ਸ਼ੁਰੂ ਕਰੀਏ। ਘਣਾਵ ਦਾ ਮਾਪ मैंने ਭੁਜਾਵਾਂ 60 ਸੈਂਟੀਮੀਟਰ ਗੁਣਾ 54 ਸੈਂਟੀਮੀਟਰ ਗੁਣਾ 30 ਸੈਂਟੀਮੀਟਰ ਅਤੇ ਗੁਣਾ ਕਰਨ ਤੋਂ ਬਾਅਦ ਸਾਨੂੰ ਮਿਲ ਜਾਏਗਾ ਆਇਤਨ। ਘਣਾਵ ਦਾ ਆਇਤਨ ਅਸੀਂ ਪਿੱਛੇ ਕਰਕੇ ਹਟੇ ਹਾਂ, ਅਸੀਂ ਪਿੱਛੇ ਹੁਣੇ ਹੀ ਕੀਤਾ ਹੈ। ਘਣਾਵ ਦਾ ਆਇਤਨ ਦਾ ਫਾਰਮੂਲਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਗੁਣਾ ਨਹੀਂ ਕਰਾਂਗੇ, ਇਹ ਕੈਲਕੂਲੇਸ਼ਨ ਵਰਕ ਅਸੀਂ ਰੁਕ ਕੇ ਕਰਾਂਗੇ। ਨੈਕਸਟ ਹੈ ਸਾਡੇ ਕੋਲ ਘਣ। ਘਣ ਦਾ ਆਇਤਨ ਦਾ ਫਾਰਮੂਲਾ ਬਰਾਬਰ ਹੈ ਭੁਜਾ ਦੀ ਸ਼ਕਤੀ 3। ਇੱਥੇ ਭੁਜਾ ਦਿੱਤੀ ਹੋਈ ਹੈ 6 ਸੈਂਟੀਮੀਟਰ, 6 ਦੀ ਸ਼ਕਤੀ 3 ਮੀਨਸ 6 ਗੁਣਾ 6 ਗੁਣਾ 6, 3 ਵਾਰ 6 ਗੁਣਾ ਹੋਏਗਾ, ਘਣ ਦਾ ਆਇਤਨ ਮਿਲੇਗਾ। ਪ੍ਰਸ਼ਨ ਹੈ ਕਿੰਨੇ ਘਣ ਆ ਸਕਦੇ ਹਨ? ਅਸੀਂ ਲਿਖਾਂਗੇ ਇਸ ਲਈ ਘਣਾਂ ਦੀ ਸੰਖਿਆ ਬਰਾਬਰ ਹੈ ਵੱਡਾ ਆਇਤਨ ਘਣਾਵ, ਘਣਾਵ ਦਾ ਆਇਤਨ ਭਾਗ ਘਣ ਦਾ ਆਇਤਨ। ਘਣਾਵ ਦਾ ਆਇਤਨ 60 54 30 ਦੀ ਗੁਣਾ ਬਟਾ ਘਣ ਦਾ ਆਇਤਨ 6 6 6, 3 ਵਾਰ ਕੈਂਸਲ ਕਰਦੇ ਹਾਂ। 6 5 30 9 6 54 6 10 60। ਸਾਡੇ ਕੋਲ ਰਕਮਾਂ ਬਚੀਆਂ 10 ਗੁਣਾ 9 ਗੁਣਾ 5, ਇਹ ਹੋਏਗਾ 9 5 45, 45 ਗੁਣਾ 10 450। ਸੰਖਿਆ ਇੰਨੇ ਘਣ ਛੋਟੇ ਘਣ ਇਸ ਵੱਡੇ ਬਕਸੇ ਦੇ ਅੰਦਰ ਸਮਾ ਸਕਦੇ ਹਨ। ਇਹ ਸਾਡਾ ਲੋੜੀਂਦਾ ਉੱਤਰ ਹੈ। ਅੱਜ ਦੇ ਲਈ ਬਸ ਇੰਨਾ ਹੀ। ਤੁਸੀਂ ਘਣ ਘਣਾਵ ਅਤੇ ਵੇਲਣ ਦੇ ਆਇਤਨ ਦੇ ਸੂਤਰ ਚੰਗੀ ਤਰ੍ਹਾਂ ਯਾਦ ਕਰਦੇ ਹਨ। ਫਾਰਮੂਲਿਆਂ ਵਾਲੇ ਪੇਜ ਦਾ ਸਕਰੀਨਸ਼ਾਟ ਲੈ ਲਓ ਅਤੇ ਨੋਟਸ ਬਣਾਓ। ਇਸ ਤਰ੍ਹਾਂ ਦੇ ਹੋਰ ਸਵਾਲ ਆਪਣੀ ਕੋਰਸ ਬੁੱਕ ਵਿੱਚ ਕਰੋ। ਜੇ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸਾਡੇ ਕਮੈਂਟ ਬਾਕਸ ਵਿੱਚ ਲਿਖ ਕੇ ਸਾਨੂੰ ਜ਼ਰੂਰ ਪੁੱਛੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਦਾ ਬਟਨ ਜ਼ਰੂਰ ਦਬਾਓ, ਉਸ ਨਾਲ ਹੀ ਸਾਡੇ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣਗੇ। ਟੇਕ ਕੇਅਰ ਐਂਡ ਵਰਕ ਹਾਰਡ। ਬਾਏ ਬਾਏ।